2017 ਤੋਂ ਪਹਿਲਾਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਔਰ 2015 ਵਿੱਚ ਪੰਜਾਬ ਵਿੱਚ ਵੱਡੀ ਪੱਧਰ ਦੇ ਉੱਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਬਹਿਬਲ ਕਲਾਂ, ਮਲਕੇ, ਬਹੁਤ ਸਾਰੇ ਜਗ੍ਹਾ ਦੇ ਉੱਤੇ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਔਰ ਬਾਕੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ। 2015 ਤੋਂ ਲੈ ਕੇ ਜੂਨ 2022 ਤੱਕ ਕਿਸੇ ਇੱਕ ਵੀ ਕੇਸ ਦਾ ਫੈਸਲਾ ਨਾ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਸਮੇਂ ਹੋਇਆ, ਨਾ ਹੀ ਪੁਰਾਣੀ ਕਾਂਗਰਸ ਪਾਰਟੀ ਦੀ ਸਰਕਾਰ, ਚਾਹੇ ਉਹ ਕੈਪਟਨ ਸਾਹਿਬ ਦੀ ਸਰਕਾਰ ਸੀ, ਚਾਹੇ ਚੰਨੀ ਸਾਹਿਬ ਦੀ ਸਰਕਾਰ ਸੀ। 3 ਮੁੱਖ ਮੰਤਰੀ ਹੋ ਚੁੱਕੇ 2015 ਤੋਂ ਲੈ ਕੇ 22 ਤੱਕ ਔਰ 3 ਮੁੱਖ ਮੰਤਰੀਆਂ ਨੇ ਦੇ ਸਮੇਂ ਦੌਰਾਨ ਜਿਹੜੀ ਬੇਅਦਬੀ 2015 ਚ ਹੋਈ ਜਾਂ 15 ਤੋਂ ਬਾਅਦ ਹੋਈ, ਇੱਕ ਵੀ ਫੈਸਲਾ ਨਹੀਂ ਹੋ ਸਕਿਆ। ਸਾਰੇ ਦੋਸ਼ੀ, ਬਹੁਤ ਸਾਰੇ ਦੋਸ਼ੀ ਸ਼ਰੇਆਮ ਘੁੰਮਦੇ ਬਾਹਰ, ਖੁੱਲ੍ਹੇਆਮ ਘੁੰਮਦੇ ਰਹੇ। ਸਰਕਾਰਾਂ ਨੇ ਕੋਈ ਵੀ ਕੰਮ ਨਹੀਂ ਕੀਤਾ, ਬਲਕਿ ਹੋਇਆ ਕਿ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਸੀ ਪੰਜਾਬ ਵਿੱਚ, ਇੱਕ ਸਿੱਟ ਦੀ ਰਿਪੋਰਟ ਜਿਹੜੀ ਆ ਉਹ ਹਾਈ ਕੋਰਟ ਨੇ ਖਾਰਜ ਕਰਤੀ, ਇੱਕ ਰਿਪੋਰਟ ਨੂੰ ਰੱਦ ਕਰਤਾ। ਅਦਾਲਤਾਂ ਵਿੱਚ ਜਿੰਨੇ ਵੀ ਫੈਸਲੇ ਹੋਏ ਉਸ ਸਮੇਂ ਦੀ ਸਰਕਾਰ ਨੇ ਇੱਕ ਵੀ ਕੇਸ ਜਿਹੜਾ ਹੈਗਾ ਉਹ ਸਰਕਾਰ ਨਹੀਂ ਜਿੱਤ ਸਕੀ, ਬਲਕਿ ਸਾਰੇ ਕੇਸ ਲਗਾਤਾਰ ਉਸ ਸਮੇਂ ਦੀ ਸਰਕਾਰਾਂ ਲੂਜ਼ ਕਰਦੀਆਂ ਰਹੀਆਂ, ਲਗਾਤਾਰ ਹਾਰਦੀਆਂ ਰਹੀਆਂ। ਪਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਦੋਂ ਬਤੌਰ ਪੰਜਾਬ ਦੇ ਮੁੱਖ ਮੰਤਰੀ ਸਹੁੰ ਚੁੱਕਣ ਤੋਂ ਬਾਅਦ ਸਾਰੇ ਕੇਸਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਤੇਜ਼ੀ ਆਈ। ਜਿਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਜਾਂ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ ਸੀ, ਉਹਨਾਂ ਸਾਰੇ ਕੇਸਾਂ ਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਤੇਜ਼ੀ ਆਈ ਔਰ ਜਿਹੜੇ ਅਦਾਲਤਾਂ ਵਿੱਚ ਟ੍ਰਾਇਲ ਪੈਂਡਿੰਗ ਪਏ ਸੀ ਉਹਨਾਂ ਵਿੱਚ ਤੇਜ਼ੀ ਆਈ। ਕਿਉਂਕਿ ਕਈ ਬੰਦੇ ਕਹਿੰਦੇ ਨੇਗੇ ਕਿ ਅਦਾਲਤਾਂ ਦਾ ਕੰਮ ਆ, ਪਰ ਲੇਕਿਨ ਅਦਾਲਤਾਂ ਵਿੱਚ ਸਬੂਤ ਕਿਹਨੇ ਪੇਸ਼ ਕਰਨੇ ਹੁੰਦੇ ਨੇਗੇ? ਅਦਾਲਤਾਂ ਵਿੱਚ ਸਬੂਤ ਜਿਹੜੇ ਨੇਗੇ ਉਹ ਸਰਕਾਰਾਂ ਨੇ ਪੇਸ਼ ਕਰਨੇ ਹੁੰਦੇ ਨੇਗੇ, ਪ੍ਰੋਸੀਕਿਊਸ਼ਨ ਨੇ ਪੇਸ਼ ਕਰਨੇ ਹੁੰਦੇ ਨੇਗੇ, ਪੁਲਿਸ ਨੇ ਪੇਸ਼ ਕਰਨੇ ਹੁੰਦੇ ਨੇਗੇ। ਉਹ ਵੀ ਜਿਹੜੇ ਉਹਨਾਂ ਸਮੇਂ ਪੁਰਾਣੀਆਂ ਸਰਕਾਰਾਂ ਦੇ ਸਮੇਂ ਉਹ ਵੀ ਜਿਹੜੇ ਸਬੂਤ ਸੀਗੇ ਉਹ ਲੁਕਾ ਲਏ ਜਾਂਦੇ ਸੀ, ਛੁਪਾ ਲਏ ਜਾਂਦੇ ਸੀ ਜਾਂ ਇੰਟੈਂਸ਼ਨਲੀ ਵਿਦਹੈਲਡ ਕਰ ਲਏ ਜਾਂਦੇ ਸੀਗੇ ਤਾਂ ਕਿ ਜਿਹੜੇ ਲੋਕ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਹ ਬਚਾਏ ਜਾ ਸਕਣ। ਉਹਦਾ ਕਾਰਨ ਬੜਾ ਸਪਸ਼ਟ ਆ ਕਿ 2 ਪਾਰਟੀਆਂ ਦਾ ਆਪਸ ਵਿੱਚ ਫਿਕਸਿੰਗ ਮੈਚ ਸੀਗਾ। ਕਾਂਗਰਸ, ਅਕਾਲੀ ਦਲ, ਬੀਜੇਪੀ ਗੱਠਜੋੜ ਦਾ ਇੱਕ ਫਿਕਸਿੰਗ ਮੈਚ ਸੀਗਾ ਕਿ 5 ਸਾਲ ਤੇਰੇ 5 ਸਾਲ ਤੇਰੇ। ਜਦੋਂ ਅਕਾਲੀ ਦਲ ਬੀਜੇਪੀ ਦੇ ਰਾਜ ਦੇ ਸਮੇਂ ਬੇਅਦਬੀ ਹੋਈ, ਪਰਚੇ ਦਰਜ ਹੋਏ, 2 ਨੌਜਵਾਨ ਗੋਲੀ ਦਾ ਮਾਰ ਦਿੱਤੇ ਗਏ। ਜਦੋਂ ਲੋਕ ਪ੍ਰੋਟੈਸਟ ਕਰਨ ਲਈ ਇਕੱਠੇ ਹੋਏ, ਧਰਨਾ ਦਿੱਤਾ, ਪਰ ਲੇਕਿਨ ਕਾਂਗਰਸ ਪਾਰਟੀ ਨੇ 2017 ਚ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ, ਪਰ ਲੇਕਿਨ ਸਰਕਾਰ ਨੇ ਆਪਣੇ 5 ਸਾਲ ਪੂਰੇ ਕਰਤੇ। ਸਜ਼ਾ ਤਾਂ ਕੀ ਦੇਣੀ, ਕਿਸੇ ਟ੍ਰਾਇਲ ਵੀ ਨਹੀਂ ਚੱਲਿਆ ਹੈਗਾ। ਸੋ ਸਰਕਾਰ ਆਈ, ਮਾਨ ਸਾਹਿਬ ਨੇ ਇਸ ਟ੍ਰਾਇਲ ਨੂੰ ਲੈ ਕੇ ਸਰਕਾਰ ਨੂੰ ਹਦਾਇਤਾਂ ਜਾਰੀ ਕੀਤੀਆਂ, ਸਰਕਾਰੀ ਮਸ਼ੀਨਰੀ ਨੂੰ ਹਦਾਇਤਾਂ ਜਾਰੀ ਕੀਤੀਆਂ ਔਰ ਮਲਕੇ ਪਿੰਡ ਦਾ ਕੇਸ ਜਿੱਥੇ 4/11/2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀਗੀ, ਉਸ ਕੇਸ ਦੇ ਵਿੱਚ ਅੱਜ ਫੈਸਲਾ ਆਇਆਗਾ ਔਰ 3 ਦੋਸ਼ੀਆਂ ਨੂੰ ਸਜ਼ਾ ਹੋਈ ਆ। ਇੱਕ ਇਤਿਹਾਸਿਕ ਫੈਸਲਾ ਗਾ, ਕਿਉਂਕਿ ਕਾਫੀ ਲੰਬੇ ਅਰਸੇ ਤੋਂ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਿਆ ਜਾ ਰਿਹਾ ਸੀਗਾ। ਇਹ ਰਾਜਨੀਤਿਕ ਪਾਰਟੀਆਂ ਲਗਾਤਾਰ ਖੇਡ ਰਹੀਆਂ ਸੀਗੀਆਂ। ਕਿਸੇ ਨੂੰ ਸਜ਼ਾ ਦਿਵਾਉਣੀ ਤਾਂ ਬਹੁਤ ਦੂਰ ਦੀ ਗੱਲ, ਬਲਕਿ ਜਿਹੜੇ ਕੇਸ ਸੀਗੇ ਉਹਨਾਂ ਦੇ ਟ੍ਰਾਇਲ ਤੱਕ ਨਹੀਂ ਸ਼ੁਰੂ ਹੋਏ ਸੀਗੇ ਔਰ ਥੋੜੇ ਦਿਨ ਪਹਿਲਾਂ, ਲਗਭਗ 4 ਦਿਨ ਪਹਿਲਾਂ 2 ਹੋਰ ਕੇਸਾਂ ਦੇ ਵਿੱਚ ਮਾਨਯੋਗ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ, ਸਾਡੀ ਸਰਕਾਰ ਨੇ 2 ਹੋਰ ਕੇਸ ਹਾਈ ਕੋਰਟ ਦੇ ਵਿੱਚ ਜਿੱਤੇ ਨੇਗੇ। ਬਹਿਬਲ ਕਲਾਂ ਵਾਲਾ, ਕੋਟਕਪੂਰੇ ਵਾਲਾ, ਉਹਦੇ ਵਿੱਚ ਵੀ FIR ਰੱਦ ਕਰਨ ਦੀ ਗੱਲ ਕੀਤੀ ਗਈ ਸੀ ਕਿ FIR ਰੱਦ ਹੋਣੀ ਚਾਹੀਦੀ ਆ।
पिछली सरकार कैप्टन साहब की सरकार के समय उस समय के एडवोकेट जनरल पेश नहीं होए सीगे, अपनी जगह तो कोई होर वकील पेश कर दिता गया सीगा। पर लेकिन सरदार भगवंत सिंह मान जी ने सख्त हदायतां जारी करके क्या सीगा, कल्ले कल्ले केस का सबूत अदालत के अंदर रखना गा। पंजाब का पक्ष जिन्हां लोगों ने गुरु ग्रंथ साहब की बेअदबी की आ, उन्होंने अगेंस्ट जिहड़े भी सबूत एजेंसियां ने इकट्ठे किए ने, प्रोसिक्यूशन ने इकट्ठे किए ने, पंजाब पुलिस ने इकट्ठे किए ने, STF ने SIT ने इकट्ठे किए ने, वो सारे सबूत जिहड़े ने मानयोग अदालत दे विच रखो ताकि पंजाब के लोगों के सामने इंसाफ हो सके। सो 2 केस पहला भी जिहड़े हैगे पंजाब सरकार के हक च होए ने, अज तीजा केस जिहड़ा हैगा वो अज हक च होया गया सरकार दे और दोषियों को सज़ा मिली आ। सो मेरा कहने का भाव आ कि जिहड़े फैसले लंबे समय तो अटके हुए सीगे, जिन्हां नूं किसी ना किसी कारण पुरानियां सरकारां इंटेंशनली जानबुझ के एक मैच फिक्सन के तहत कि 5 साल जो मेरी सरकार होगी, ਜਿਹੜੇ ਮਾੜੇ ਕੰਮ ਅਸੀਂ ਕਰਾਂਗੇ, ਉਹ ਜਦੋਂ ਤੁਸੀਂ ਆਓਗੇ ਤੁਸੀਂ ਸਾਨੂੰ ਬਚਾ ਲੈਣਾ, ਇਸ ਦੇ ਤਹਿਤ ਕੰਮ ਚੱਲ ਰਿਹਾ ਸੀਗਾ। ਪਰ ਲੇਕਿਨ ਜਦੋਂ ਸਾਡੀ ਸਰਕਾਰ ਆਈ, ਜਦੋਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ, ਆਮ ਲੋਕਾਂ ਦੀ ਸਰਕਾਰ ਬਣਾਈ, ਜਦੋਂ ਅਰਵਿੰਦ ਕੇਜਰੀਵਾਲ ਜੀ ਦੇ ਗੁੱਡ ਗਵਰਨੈਂਸ ਦੇ ਮਾਡਲ ਦੇ ਉੱਤੇ ਪੰਜਾਬ ਦੇ ਲੋਕਾਂ ਨੇ ਮੋਹਰ ਲਾਈ, ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਬਣਾਇਆ, ਤਾਂ ਉਸ ਤੋਂ ਬਾਅਦ ਮੈਂ ਸਮਝਦਾ ਇਨਸਾਫ ਦੀ ਪ੍ਰਕਿਰਿਆ, पंजाब के लोगों ने इंसाफ देने की प्रक्रिया जी वो तेज हुई। उसका नतीजा होया कि अज मानयोग अदालत ने 3 दोषियों को सज़ा की आ। 3 दोषी जोड़े है कन्विक्ट होए ने। मेरा कहने का भाव पहला मैच फिक्सिंग सरकारां पंजाब च काम कर रही सी, जिन्हां विच आपसी मैच फिक्सिंग हुई सी। अकाली दल जो अपने राज के माड़े काम करता सी, करप्शन करता सी, भ्रिष्टाचार करता सी, गुरु ग्रंथ साहब दी बेअदबियां उन्होंने ऐसी आईयां, उन्होंने समय च होईयां, और उस तो बाद जिम्मेवारी पंजाब के लोगों लाई सी कांग्रेस पार्टी की। पर लेकिन कांग्रेस पार्टी ने 5 साल कुछ नहीं किया। सो हुण जो पंजाब के लोगों ने मैं दोबारा दोहरा रहा कि साडी जिम्मेवारी लाई आ, और उस तो बाद पहला फैसला 4 महीने के अंदर पंजाब के लोगों के सामने आएगा। सो इस फैसले के राही 3 दोषियों को सज़ा हुई आ। सो कानून की प्रक्रिया विच तेजी लेके आंदी गई आ, कानून अपना काम कर रहा, क्योंकि कानून का राज पंजाब में स्थापित हो चुकिया गा, पंजाब में एस्टैबलिश हो चुकिया गा। सो जिहड़ा पहला पुलिस का सियासीकरण किया होया सीगा, जिहड़ा पहला पुलिस का सियासीकरण किया होया सीगा, वो भी पंजाब टुट चुकिया गा। जिहड़ा कानून दी बाहां बन लेंदे सीगे पोलीटिकल लोग, वो भी बिल्कुल कानून दी बाहां भी खुलियां नेगियां। यही कारण है कि अज लगभग 4 महीनों के दौरान 3 बड़े फैसले जिहड़े होए नेगे, चाहे मानयोग साडी हाई कोर्ट दे विच होवे, चाहे जुडिशियल मैजिस्ट्रेट मोगा की अदालत का फैसला होवे, ये अज पंजाब सरकार के हक च होए नेगे। सो मान साहब की सरकार के समय मैं समझदा पंजाब के लोगों को इंसाफ मिलने लग पिया, और जिन्हां लोगों ने जिहड़े लोगों ने गुरु ग्रंथ साहब की बेअदबी की, उन्होंने सज़ा भी मिलने लग पई। हाँ जी, कोई सवाल? अकाली दल कह रहे हैं कि SIT जिहड़ी हैगी साडी सरकार दे विच बनी सी, ओहदा नतीजा देखो पिछले 5 साल कोई ये नहीं होंदा कि जिहड़ा केस जुडिशियल मैजिस्ट्रेट की अदालत पिया होवे ओहदी 5 साल बारी ना आवे। 5 साल के दौरान जिहड़ी कानून की प्रक्रिया सी वो बड़ी स्लो चल रही सीगी, और अदालत दे विच पेश करन दे अदालत दे विच सबूत पेश करन दी जिहड़ी प्रक्रिया हुंदी आ ਉਹਦੇ ਵਿੱਚ ਢਿੱਲ-ਮੱਠ ਬੱਤੀ ਜਾ ਰਹੀ ਸੀ, ਕਿਉਂਕਿ ਪੁਰਾਣੀ ਸਰਕਾਰ ਦੇ ਬੰਦਿਆਂ ਨੂੰ ਜਾਂ ਜਿਨ੍ਹਾਂ ਨੇ ਉਹਨਾਂ ਦੀ ਸਰਕਾਰ ਦੇ ਸਮੇਂ ਕੰਮ ਕੀਤਾ ਸੀ, ਗਲਤ ਕੰਮ ਕੀਤਾ ਸੀ, ਉਹਨਾਂ ਨੂੰ ਬਚਾਉਣ ਦੀ ਪ੍ਰਕਿਰਿਆ ਸੀ ਜਿਹੜੀ ਆ ਉਹ ਜਾਰੀ ਹੋਈ ਸੀ। ਪਰ ਲੇਕਿਨ ਅਸੀਂ ਸਾਡੀ ਸਰਕਾਰ ਦਾ ਪਹਿਲਾ ਫੈਸਲਾ ਜਿਹੜਾ ਹੈਗਾ ਵਿਦਨ 4 ਮੰਥ ਦੇ ਵਿੱਚ ਆਇਆਗਾ, ਪਹਿਲੇ 4 ਮਹੀਨਿਆਂ ਦੇ ਵਿੱਚ ਆਇਆਗਾ। ਸੋ ਮੈਂ ਸਮਝਦਾਗਾ ਇਹ ਇਸ ਸਮੇਂ ਪੰਜਾਬ ਵਿੱਚ ਕਾਨੂੰਨ ਦਾ ਰਾਜ ਜਿਹੜਾ ਉਹ ਸਟੈਬਲਿਸ਼ ਹੋ ਚੁੱਕਿਆ ਹੈ। ਜਿਹੜੇ ਹੋਰ ਮਸਲੇ ਹੈਗੇ ਨੇ ਚੀਮਾ ਸਾਹਿਬ, ਜਿਹੜੇ ਸਬਜੂਡਿਸ ਹੈਗੇ ਨੇ, ਉਹਨਾਂ ਦੇ ਵਿੱਚ ਕਿੰਨੀ ਕੁ ਜਲਦੀ ਉਮੀਦ ਹੈਗਾ ਕਿ ਜਿਵੇਂ ਅਕਾਲੀ ਦਲ ਨੇ ਸਵਾਲ ਕੀਤਾ ਕਿ ਬਾਕੀ ਦੇ ਜਿਹੜੇ ਮਸਲੇ ਨੇ ਉਹਨਾਂ ਦੇ ਵਿੱਚ ਕਦੋਂ ਤੱਕ ਜਿਹੜਾ ਹੈਗਾ ਕਾਰਵਾਈ ਪੂਰੀ ਹੋਈ? ਦੇਖੋ, 2 ਇਸ ਤੋਂ ਪਹਿਲਾਂ ਮਾਮਲੇ ਹੋਰ ਸੀਗੇ ਜਿਹੜੇ ਮਾਨਯੋਗ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਏ ਸੀਗੇ, ਉਹਨਾਂ ਦੋਹਾਂ ਕੇਸਾਂ ਦੇ ਵਿੱਚ ਫੈਸਲਾ ਆ ਚੁੱਕਿਆ ਗਾ। ਔਰ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਗਾ, ਕਾਂਗਰਸੀਆਂ ਨੂੰ, ਅਕਾਲੀਆਂ ਨੂੰ,
ਕਿ ਤੁਹਾਡੇ ਕੋਲੇ ਸਫੀਸ਼ੀਐਂਟ ਸਮਾਂ ਸੀਗਾ, ਤੁਹਾਡੇ ਕੋਲੇ ਸਫੀਸ਼ੀਐਂਟ ਸਮਾਂ ਸੀਗਾ। ਤੁਸੀਂ ਆਪਣੇ ਸਮੇਂ ਦੇ ਦੌਰਾਨ ਇੱਕ ਵੀ ਫੈਸਲਾ ਨਹੀਂ ਕਰਾ ਸਕੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੁਹਾਡੇ ਰਾਜ ਹੋਈਆਂ ਸੀ, ਤੁਹਾਡੇ ਸਮੇਂ ਵਿੱਚ ਹੋਈਆਂ ਸੀ। ਇਹੀ ਕਾਰਨ ਹੈ ਕਿ ਤੁਸੀਂ ਆਪਣੇ ਆਪ ਨੂੰ ਬਚਾਉਣ ਦੇ ਲਈ ਕੋਈ ਵੀ ਕਾਰਵਾਈ ਸਮੇਂ ਸਿਰ ਨਹੀਂ ਕੀਤੀ, ਔਰ ਮਾਨ ਸਾਹਿਬ ਨੇ ਸਮੇਂ ਸਿਰ ਕਾਰਵਾਈ ਕੀਤੀ ਆ। ਅੱਜ ਨਤੀਜਾ ਹੋਇਆ ਕਿ 4 ਮਹੀਨੇ ਦੇ ਵਿੱਚ ਰਿਜ਼ਲਟ ਪੰਜਾਬ ਦੇ ਲੋਕਾਂ ਦੇ ਸਾਹਮਣੇ टाइम लग्या पर प्रताप बाजवा ने भी कुछ दिन पहले वीडियो शेयर किया ਸੀ ਤੁਹਾਡੇ ਸੁਪਰੀਮੋ ਦਾ ਕੁਝ ਦਿਨਾਂ ਦੀ ਗੱਲ ਕੀਤੀ ਸੀ ਤੁਹਾਡੇ ਸੁਪਰੀਮੋ ਨੇ ਤੇ ਹੁਣ ਇੰਨਾ ਸਮਾਂ ਮਤਲਬ 4 ਮਹੀਨਿਆਂ ਬਾਅਦ ਤੁਸੀਂ ਅਚੀਵਮੈਂਟ ਦੱਸ ਰਹੇ ਹੋ ਕਿ ਸਾਡੇ ਟਾਈਮ 'ਚ ਹੋ ਰਿਹਾ, ਫਿਰ ਇੰਨਾ ਸਮਾਂ ਕਿਉਂ ਲੱਗਿਆ ਜਦੋਂ ਪਹਿਲਾਂ? ਦੇਖੋ ਗੱਲ ਇਹ ਆ, ਜਿਹੜੀਆਂ ਅਦਾਲਤ ਦੇ ਵਿੱਚ ਪੇਸ਼ੀਆਂ ਨਿਰਧਾਰਤ ਹੁੰਦੀਆਂ ਨੇਗੀਆਂ, ਜੋ ਅਦਾਲਤ ਦਾ ਆਪਣੀ ਇੱਕ ਪ੍ਰਕਿਰਿਆ ਹੈਗੀ, ਉਹ ਅਦਾਲਤ ਦੀ ਪ੍ਰਕਿਰਿਆ ਜਿਹੜੀ ਪੂਰੀ ਹੋਈ ਆ। ਅਸੀਂ ਇੱਕ ਵੀ ਕੋਈ ਵੀ ਐਡਜਰਨਮੈਂਟ ਨਹੀਂ ਲਈ ਹੈਗੀ, ਕੋਈ ਵੀ ਵਾਧੂ ਸਮਾਂ ਨਹੀਂ ਲਿਆ ਗਾ। ਅਸੀਂ ਵਿਦਿਨ ਸਮੇਂ ਦੇ ਦੌਰਾਨ ਕਾਰਵਾਈ ਕੀਤੀ ਆ। ਇਹਨਾਂ ਨੇ ਤਾਂ 5 ਸਾਲ ਲੰਘਾਤੇ। ਮੈਂ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਦਾਗਾ, ਤੁਸੀਂ ਤਾਂ 5 ਸਾਲ ਚਿੱਠੀਆਂ ਲਿਖਦੇ ਰਹੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ, ਤੁਸੀਂ ਇੱਕ ਵਾਰ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਨਹੀਂ ਉਠਾਇਆ। ਬਸ ਚਿੱਠੀ ਜ਼ਰੂਰ ਲਿਖ ਦਿੰਦੇ ਸੀ। ਥੋੜੇ ਦਿਨਾਂ ਬਾਅਦ ਜਿਹੜਾ ਪਿਆਰ ਸੀ ਉਹਨਾਂ ਦਾ, ਉਹ ਸਰਦਾਰ ਪੁਰਾਣੇ ਜਿਹੜੇ ਸਾਡੇ ਮੁੱਖ ਮੰਤਰੀ ਸੀ ਕੈਪਟਨ ਸਾਹਿਬ ਪ੍ਰਤੀ, ਉਹ ਜਾਗ ਪੈਂਦਾ ਸੀਗਾ। ਇੱਕ ਅੱਧੀ ਚਿੱਠੀ ਲਿਖ ਕੇ ਆਪਣੀ ਹਾਜ਼ਰੀ ਪੰਜਾਬ ਜ਼ਰੂਰ ਲਵਾਉਂਦੇ ਰਹੇ, ਪਰ ਉਹਨਾਂ ਨੇ ਕੋਈ ਵੀ ਜਿਹੜਾ ਹੈਗਾ ਕਦਮ ਨਹੀਂ ਚੁੱਕਿਆ ਜਿਹਦੇ ਰਾਹੀਂ ਗੁਰੂ ਗ੍ਰੰਥ ਸਾਹਿਬ ਦੇ ਜਿਹਨਾਂ ਨੇ ਬੇਅਦਬੀ ਕੀਤੀ ਉਹਨੂੰ ਸਜ਼ਾ मिल सके। हाँ जी, देखिए पंजाब में 2015 में जब पंजाब में श्रोमणी अकाली दल और बीजेपी की सरकार थी, उस समय पंजाब में बहुत बड़े स्तर पे गुरु ग्रंथ साहब की बेअदबी और दूसरे धार्मिक ग्रंथों की बेअदबी हुई थी। पर लेकिन उस समय अकाली दल और बीजेपी की सरकार पंजाब में काम कर रही थी। किसी भी दोषी को किसी भी अदालत के द्वारा कोई भी सजा नहीं दी गई। 2 साल का सफिशिएंट पीरियड उनके पास था, 2 साल का समय उनके पास था। और उसके बाद पंजाब के लोगों ने सत्ता जो थी वो कांग्रेस पार्टी को सौंप दी, और पंजाब में कैप्टन साहब पंजाब के मुख्यमंत्री बन गए, और उन्होंने अपना कार्यकाल में 4.5 साल किसी एक भी दोषी को सजा नहीं दिलवा सके। और उसके बाद नए मुख्यमंत्री आए कांग्रेस पार्टी के, चरणजीत सिंह चन्नी जी। उनके समय 3-4 महीनों में किसी भी दोषी को सजा नहीं मिली। और पंजाब के लोगों ने जो ये इनका समझौतावादी रणनीति थी, जो इनका आपस में अलायंस था, कांग्रेस पार्टी अकाली दल बीजेपी का अलायंस था, 5 साल की इन्होंने एक बारी बांध रखी थी कि 5 साल तेरे 5 साल मेरे। जब उस जो गठजोड़ को तोड़ा पंजाब के लोगों ने, जब आम आदमी पार्टी की सरकार बनी, जब अरविंद केजरीवाल जी की नीतियों पे, गुड गवर्नेंस पे लोगों ने मोहर लगाई और पंजाब में मुख्यमंत्री सरदार भगवंत सिंह मान जी को बनाया, उसके बाद ये 4 महीने में भीतरीन पहला फैसला है कि 4 महीने के अंदर अंदर दोषियों को सजा हुई है। और इससे पहले जब पंजाब में कांग्रेस पार्टी की सरकार थी, और उस समय एक फैसला आया था, और जो सिट की रिपोर्ट थी वो हाई कोर्ट ने खारिज की थी, क्योंकि उस समय की सरकार ने कोर्ट में अपना पक्ष अच्छे तरीके से नहीं रखा। और इस बार 2 और फैसले आए हैं, उनमें भी सरकार की जीत हुई है, और आज तीसरा फैसला आया है, इसमें भी सरकार की जीत हुई है। मैं समझता हूं मान साहब ने, सरदार भगवंत सिंह मान अच्छी तरीके से जो जितने भी मामले पुराने उन पर कार्रवाई कर रहे हैं, और कार्रवाई बड़ी तेज हो रही है। और जो केस रहते हैं, जो पेंडिंग पड़े हैं केस, उनमें भी बहुत जल्दी फैसले होंगे। बिल्कुल बिल्कुल, देखिए पहली सरकारें क्या थी, जो गलत काम श्रोमणी अकाली दल बीजेपी की सरकार में होते थे, उनके ऊपर पर्दा जो है वो कांग्रेस पार्टी डालती थी। जो काम कांग्रेस पार्टी के समय गलत होते थे, उनके ऊपर पर्दा जो था वो अकाली दल बीजेपी डालता था। पर लेकिन इस बार पंजाब के लोगों ने सत्ता जो है वो आम आदमी को सौंपी है, अरविंद केजरीवाल जी के सिपाहियों को सौंपी है, अरविंद केजरीवाल जी की नीतियों पे ऊपर मोहर लगाई है। और उसी हो रहा है कि आज पंजाब के लोगों को इंसाफ मिल रहा है। सो इंसाफ मिलने की प्रक्रिया जो शुरू हो चुकी है, इसको और भी तेज करेंगे। जो भी कोई दोषी होगा, जिसने भी गुरु ग्रंथ साहब की बेअदबी की है, या किसी और धार्मिक ग्रंथ की बेअदबी किया, उन सभी को सलाखों के पीछे जाना पड़ेगा। जितने भी केस अदालतों में पेंडिंग पड़े हैं, उन सब में तेजी लाई जाएगी, और सभी केसों को बहुत जल्द उनका निपटारा हो जाएगा। देखो पुराने डीजीपी जिहड़े वो छुट्टी ते गए ने, पुराने डीजीपी साहब छुट्टी ते गए ने, और यादव साहब नूं जिहड़ा हैगा वो चार्ज दिता गया हैगा।
ਅਜੇ ਨਵਾਂ ਜਿਹੜਾ ਡੀਜੀਪੀ ਜੇਕਰ ਲਾਉਣਾ ਹੁੰਦਾ ਸਰਕਾਰ ਨੇ ਤਾਂ ਉਹਦੀ ਇੱਕ ਪ੍ਰਕਿਰਿਆ ਹੈਗੀ, ਪਰ ਲੇਕਿਨ ਪੁਰਾਣੇ ਡੀਜੀਪੀ ਸਾਹਿਬ ਛੁੱਟੀ ਦੇ ਗਏ ਨੇ, ਸੋ ਇਸ ਗੱਲ ਕਰਕੇ ਜਿਹੜਾ ਉਹਨੂੰ ਚਾਰਜ ਦਿੱਤਾ ਗਿਆ। ਥੈਂਕ ਯੂ ਜੀ।